ਇੱਕ ਤਰ੍ਹਾਂ ਨਾਲ ਖੁਦਾ ਦਾ ਇੱਥੇ ਤੁਸੀਂ ਕਹਿ ਲਓ ਵੀ ਵਾਸਾ ਹੈ। ਮਿਲਦੇ ਆ ਸਾਨੂੰ ਇੱਕ ਤਰ੍ਹਾਂ ਦਾ ਭਾਈਚਾਰਾ ਇੰਨਾ ਜ਼ਿਆਦਾ ਹੈ ਵੀ ਸਾਨੂੰ ਵੱਡਾ ਵੀਰ ਕਹਿ ਕੇ ਮਿਲਦੇ ਆ। ਤੁਸੀਂ ਗੱਡੀ ਤੋਰੋਗੇ ਨਾ, ਕਾਰ ਤੋਰੋਗੇ ਆਪਣੀ, ਤਾਂ ਉਹ ਜਾ ਕੇ ਤੁਸੀਂ ਹਿਸਾਬ ਲਾਓ ਵੀ ਟਿਕਰੀ ਬਾਰਡਰ ਦਿੱਲੀ ਦੇ ਵਿੱਚ ਐਂਟਰ ਕਰੂਗੀ। ਕਿਸਾਨਾਂ ਵੱਲੋਂ ਕਿਤੇ ਤੁਹਾਨੂੰ ਰੋਕ ਨਹੀਂ ਹੋਊਗੀ, ਕਿਤੇ ਜਾਮ ਨਹੀਂ ਹੋਊਗਾ, ਕਿਤੇ ਰੋਕਿਆ ਨਹੀਂ ਜਾਊਗਾ। ਅਸੀਂ ਸੁਣਦੇ ਜ਼ਰੂਰ ਹੁੰਦੇ ਸੀ, ਜਿਵੇਂ ਆ ਖਾਪ ਪੰਚਾਇਤ ਹੈ, ਖਾਪ ਪੰਚਾਇਤਾਂ ਦੇ ਕਾਨੂੰਨ ਬਾਰੇ ਸੁਣਦੇ ਹੁੰਦੇ ਸੀ, ਬਟ ਅੱਜ ਦੇਖਿਆ ਇੰਨਾ ਮੋਹ ਪਿਆਰ ਇਹਨਾਂ ਦਾ ਤਾਂ ਇਹ ਲੱਗਦਾ ਵੀ SYL ਵਾਲਾ ਮੁੱਦਾ ਖਤਮ ਕਰਕੇ ਅਸੀਂ ਵੰਡ ਕਰਕੇ ਪਾਣੀ ਦੇ ਦਈਏ ਇਹਨਾਂ ਨੂੰ ਵੀ ਲਓ ਬਈ ਭਰਾ ਭਰਾ ਆ, ਆਪਾਂ ਵੰਡ ਕੇ ਲਾ ਲਿਆ ਕਰਕੇ, ਸਾਰਾ ਵੰਡ ਕੇ ਚੱਕ ਲਿਆ ਕਰਕੇ। ਇੰਨਾ ਸਾਡਾ ਤਾਂ ਦਿਲ ਅੰਦਰੋਂ ਇਹਨਾਂ ਤੇ ਖੁਸ਼ ਹੋਇਆ। ਅਸੀਂ ਤਾਂ ਕੁਝ ਮੰਗਣੀ ਨਹੀਂ ਆਏ, ਕਿਉਂਕਿ ਅਸੀਂ ਤਾਂ ਕੁਝ ਨਵਾਂ ਤਾਂ ਐਡ ਕਰਾਉਣ ਹੀ ਨਹੀਂ ਆਏ ਕਿ ਸਾਨੂੰ ਆਹ ਚੀਜ਼ ਨਵੀਂ ਦਿਓ, ਨਾ ਅਸੀਂ ਕੋਈ ਰੇਟ ਬਾਰੇ ਨਾ ਹੋਰ। ਸਾਡਾ ਮੇਨ ਮੁੱਦਾ ਜਿਹੜਾ ਚੱਲ ਰਿਹਾ ਸੀ ਤੁਸੀਂ ਉਹੀ ਚੱਲਣ ਦਿਓ, ਛੇੜਦੇ ਕਿਉਂ ਹੋ? ਅਸੀਂ ਥੋੜਾ ਦਿੱਲੀ ਆਉਣੇ, ਦਿੱਲੀ ਵਾਲੇ ਸਾਡੇ ਕੋਲ ਜਾਂਦੇ ਬੰਦ ਕਰ ਦੇਣਾ, ਹੁਣ ਅਸੀਂ ਆਉਂਦੇ ਨਹੀਂ ਦਿੱਲੀ, ਅਸੀਂ ਲੈਣ ਕੀ ਆਉਣਾ, ਸਾਡੇ ਕੋਲ ਸਾਰਾ ਕੁਝ ਪੂਰਾ ਆਪਦਾ। ਇਹ ਤਾਂ ਪ੍ਰਮਾਤਮਾ ਖੁਸ਼ ਹੈ ਸਾਡੇ ਤੇ, ਪ੍ਰਮਾਤਮਾ ਇੱਕ ਰਹਿਮਤ ਕਰਦਾ ਵੀ ਤੁਸੀਂ ਬੈਠੋ ਉੱਥੇ, ਤੁਹਾਡੀਆਂ ਫਸਲਾਂ ਨੂੰ ਪਾਣੀ ਲਾਉਣ ਦਾ ਕੰਮ ਅਸੀਂ ਕਰਾਂਗੇ। ਵਾਹਿਗੁਰੂ ਖੁਸ਼ ਹੈ ਸਾਡੇ ਤੇ। ਇਨਕਲਾਬ ਤੁਸੀਂ ਇਹਨੂੰ ਕਹਿ ਸਕਦੇ ਹੋ, ਸੰਘਰਸ਼ ਨਹੀਂ, ਇੱਕ ਕ੍ਰਾਂਤੀ ਹੈ ਜਿਹੜੀ ਕਿ ਪੰਜਾਬ ਵੱਲੋਂ ਚੱਲੀ, ਇੱਕ ਇਨਕਲਾਬ ਹੈ। ਪਿਛਲੀ ਵਾਰ ਨੂੰ ਫੇਰ ਪ੍ਰਧਾਨ ਮੰਤਰੀ ਬਣਾਇਆ ਗਿਆ, ਉਦੋਂ ਤੁਸੀਂ ਲੋਕ ਕਿੱਥੇ ਸੀ? ਅੱਜ ਜਿਹੜੇ ਮੋਦੀ ਨੂੰ ਮਾੜਾ ਮਾੜਾ ਕਹਿੰਦੇ ਹੋ, ਉਹਦੇ 'ਚ ਮਾੜੀ ਗੱਲ ਕੀ ਆ? ਅਗਰ ਕਿਸੇ ਨੇ ਵੀ ਮੋਦੀ ਨੂੰ ਵੋਟ ਨਹੀਂ ਪਾਈ, ਕਿ ਵੋਟਾਂ ਦੀ ਬਰਸਾਤ ਹੋਈ ਸੀ ਉਦੋਂ? ਇਹਨਾਂ ਦਾ ਕੰਮ ਹੀ ਚਾਹ ਵੇਚਣਾ, ਉਹ ਰਾਜ ਨਹੀਂ ਪਾਉਂਦੇ ਉਹਨਾਂ ਨੂੰ। ਤੁਸੀਂ ਇਹਨੂੰ ਚਾਹ ਵੇਚਦੇ ਨੂੰ ਕਿਸੇ ਨੇ ਦੇਖਿਆ? मध्य प्रदेश में आसानी से शराब दुकानें मिल जाती हैं, शराब मिल जाती है, नशे मिल जाते हैं, लेकिन किसानों को खाद नहीं मिलती। केंद्र सरकार वो तानाशाह की सरकार, यदि कोई इनके प्रति आंदोलन करता है या इनके प्रति कुछ बोलता है तो उसे ये टुकड़े टुकड़े गैंग बोलेंगे, उसे ये आतंकवादी बोलेंगे, खालिस्तानी बोलेंगे। केंद्र सरकार ने मजदूरों के लिए 44 जो कानून है वो समाप्त कर दिए हैं, उनको 8 घंटे की जगह 12 घंटे ड्यूटी करना पड़ेगा। बाबा रामदेव भी अपना आटा बेचता है तो उसमें 1 किलो आटे का प्राइस टैग लगा होता है कि 44 रुपए 50 रुपए किलो। तो क्या किसान की जो फसल है उसका दाम तय करने का अधिकार किसान को नहीं होना चाहिए क्या? अंबानी अडानी के प्रोडक्ट अपनी कीमत तय कर सकते, तो इस देश का अन्नदाता, इस देश का भूमि स्वामी अपनी फसल का दाम तय क्यों नहीं कर सकता? ये मैं पूछना चाहता हूं सरकार से। यो रामदेव इतने कितने किले बोल रहा, रामदेव इतना आटा बेचता, दाल बेचता, चौल बेचता, घी बेचता है, इतना कितना का बड़ा फार्म रख रहा है। कोई भी प्रोजेक्ट हो या सारे रामदेव के, जो हमने देव हो गया मिले बस, और तो मरे लिया सबके में। मैं हरदीप सिंह कड़ायल, पंजाबी विरासत USA ਤੋਂ। ਅਸੀਂ ਪਹੁੰਚੇ ਆ ਟਿਕਰੀ ਬਾਰਡਰ ਦਿੱਲੀ ਵਿਖੇ। ਇੱਥੇ ਕਿਸਾਨਾਂ ਦਾ ਚੱਲ ਰਿਹਾ ਸੰਘਰਸ਼ ਦਿਨ ਪ੍ਰਤੀ ਦਿਨ ਜ਼ੋਰ ਫੜਦਾ ਜਾ ਰਿਹਾ ਹੈ ਤੇ ਇੱਥੇ ਕੁਝ ਕਿਸਾਨ ਸਾਡੇ ਨਾਲ ਖੜੇ ਹਨ, ਗੱਲ ਕਰਦੇ ਆ ਇਹਨਾਂ ਨਾਲ। ਕਿੱਥੋਂ ਆਏ ਹੋ ਵੀਰ ਜੀ? ਅਸੀਂ ਲੰਬੀ ਬਲਾਕ ਤੋਂ ਆਏ ਜੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਗੱਗੜ ਪਿੰਡ ਆਈ ਸਾਡਾ। ਲੰਬੀ ਬਲਾਕ ਤੋਂ ਅਸੀਂ ਆਏ ਹਾਂ ਤੇ ਅਸੀਂ ਲੱਕੜਾਂ ਦੀ ਤੇ ਆਟੇ ਦੀ ਸੇਵਾ ਲੈ ਕੇ ਇੱਥੇ ਆਏ ਸੀਗੇ ਤੇ 4 ਦਿਨਾਂ ਤੋਂ ਅਸੀਂ 7-8 ਜਣੇ ਆਏ ਹੋਏ ਹਾਂ। ਬਾਕੀ ਸਾਡੇ ਪਿੰਡ ਤੋਂ ਹੋਰ 2 ਟਰਾਲੀਆਂ ਪਹਿਲਾਂ ਦੀਆਂ ਤੁਰੀਆਂ ਹੋਈਆਂ ਜੀ ਤੇ ਸਾਰੇ ਅਸੀਂ ਇੱਥੇ ਟਿਕਰੀ ਬਾਰਡਰ ਤੇ, ਉਹ ਅੱਗੇ ਨੇ, ਅੱਗੋਂ ਸਾਰੀ ਸੜਕ ਬੁੱਕ ਹੋ ਗਈ ਤੇ ਸਾਨੂੰ ਇੱਥੇ ਜਿਹੜੀ ਜਗ੍ਹਾ ਉਹ ਬੈਠਣ ਦੇ ਲਈ ਮਿਲੀ ਹੈ ਜੀ। ਅਸੀਂ ਉਰੋਂ ਤੋਂ ਸਾਰੇ ਇੱਥੇ ਬੈਠੇ ਹੋਏ ਹਾਂ ਤੇ ਇੱਥੇ ਦਾ ਜਿਹੜਾ ਮਾਹੌਲ ਹੈ ਤੁਹਾਨੂੰ ਦੱਸ ਦਈਏ ਵੀ ਬੜਾ ਇੱਕ ਤਰ੍ਹਾਂ ਨਾਲ ਖੁਦਾ ਦਾ ਇੱਥੇ ਤੁਸੀਂ ਕਹਿ ਲਓ ਵੀ ਵਾਸਾ ਹੈ, ਬੜਾ ਤਰ੍ਹਾਂ ਨਾਲ ਪ੍ਰੇਮ ਨਾਲ ਲੋਕ ਰਹਿੰਦੇ ਆ। ਸਾਰੇ ਭਾਈ ਇੱਥੇ ਹਰਿਆਣੇ ਦੇ ਆ, ਕਿਉਂਕਿ ਰੋਹਤਕ ਵਾਲੀ ਸਾਈਡ ਤੋਂ ਅਸੀਂ ਆਏ ਸੀ। ਸਾਰੀਆਂ ਟਰਾਲੀਆਂ ਹਰਿਆਣੇ ਦੀਆਂ, ਬਸ 2 ਹੀ ਟਰਾਲੀਆਂ ਜਿਹੜੀਆਂ ਪੰਜਾਬ ਤੋਂ ਹੈ ਤੇ ਇਹਨਾਂ ਬਾਈਆਂ ਨਾਲ ਸਾਡਾ ਬੜਾ ਮੋਹ ਪਿਆਰ ਹੈ ਜੀ, ਬਹੁਤ ਇਹ ਮਿਲਦੇ ਆ ਸਾਨੂੰ। ਇੱਕ ਤਰ੍ਹਾਂ ਦਾ ਭਾਈਚਾਰਾ ਇੰਨਾ ਜ਼ਿਆਦਾ ਹੈ ਵੀ ਇਹ ਸਾਨੂੰ ਵੱਡਾ ਵੀਰ ਕਹਿ ਕੇ ਮਿਲਦੇ ਆ, ਰੋਟੀ ਸਾਨੂੰ ਖਵਾਉਂਦੇ ਆ, ਲੰਗਰ ਛਕਾਉਂਦੇ ਆ, ਪਾਣੀ ਸਾਰਾ ਕੁਛ ਤੇ ਪ੍ਰਬੰਧ ਕਰਕੇ ਦਿੰਦੇ ਆ, ਕਿਉਂਕਿ ਅਸੀਂ ਆਪਦੀ ਟਰਾਲੀ ਨਾਲ ਇੰਨਾ ਪ੍ਰਬੰਧ ਕਰਕੇ ਲਿਆਈ ਨਹੀਂ ਸੀ ਤੇ ਉਹ ਸਾਡੇ ਪਿੰਡ ਵਾਲਿਆਂ ਕੋਲ ਸਾਡੇ ਤੋਂ ਪਹੁੰਚਿਆ ਨਹੀਂ ਸੀ ਗਿਆ। ਤੇ ਇਹ ਐਡੇ ਤਰ੍ਹਾਂ ਨਾਲ ਸ਼ਾਸਨ ਦੇ ਨਾਲ ਲੋਕ ਬੈਠੇ ਨੇ। ਤੁਸੀਂ ਦੇਖੋ ਵੀ ਇੱਥੋਂ ਅਸੀਂ ਘੱਟੋ ਘੱਟ ਜਿਹੜਾ ਟਿਕਰੀ ਦਾ ਬਾਰਡਰ ਆ ਉਹ 15 ਕਿਲੋਮੀਟਰ ਦੇ ਲਗਭਗ ਪਊਗਾ ਜੀ, ਤੇ ਇਹਦੋਂ ਪਿੱਛੇ ਵੀ 7-8 ਕਿਲੋਮੀਟਰ ਤੇ ਲੋਕ ਬੈਠੇ ਨੇ। ਤੇ ਤੁਸੀਂ ਲਾਓ ਸਾਹਿਬ ਵੀ ਇੰਨੇ ਕੁ ਅਨੁਸ਼ਾਸਨ ਹੈ ਨਾ ਵੀ ਬਾਰਡਰ ਕਿਸੇ ਨੇ ਰੋਕਿਆ ਨਹੀਂ ਹੋਇਆ ਜੀ। ਇੱਥੋਂ ਤੁਸੀਂ ਗੱਡੀ ਤੋਰੋਗੇ ਨਾ, ਕਾਰ ਤੋਰੋਗੇ ਆਪਣੀ, ਤਾਂ ਉਹ ਜਾ ਕੇ ਤੁਸੀਂ ਇਹ ਹਿਸਾਬ ਲਾਓ ਵੀ ਟਿਕਰੀ ਬਾਰਡਰ ਦਿੱਲੀ ਦੇ ਵਿੱਚ ਐਂਟਰ ਕਰੂਗੀ।
ਕਿਸਾਨਾਂ ਵੱਲੋਂ ਕਿਤੇ ਤੁਹਾਨੂੰ ਰੋਕ ਨਹੀਂ ਹੋਊਗੀ, ਕਿਤੇ ਜਾਮ ਨਹੀਂ ਹੋਊਗਾ, ਕਿਤੇ ਰੋਕਿਆ ਨਹੀਂ ਜਾਊਗਾ। ਜੇ ਰੋਕਿਆ ਜਾਊਗਾ ਤਾਂ ਪੁਲਿਸ ਦੁਆਰਾ, ਜਿਹੜੀ ਦਿੱਲੀ ਪੁਲਿਸ ਆ ਉਹਨਾਂ ਨੇ ਰੋਕਿਆ ਗਿਆ। ਇਹ ਕਿਸਾਨਾਂ ਦੁਆਰਾ ਜਾਂ ਸਾਡੇ ਦੁਆਰਾ ਕਿਸੇ ਨੂੰ ਰੋਕਿਆ ਨਹੀਂ ਗਿਆ। ਇਹਨੇ ਡਿਸਿਪਲਿਨ ਤਰੀਕੇ ਦੇ ਨਾਲ ਆ ਜਿਹੜੇ ਉਹ ਕਿਸਾਨ ਇਸ ਧਰਨੇ ਦੇ ਉੱਤੇ ਬੈਠੇ ਹੋਏ ਨੇ, ਕਿਸੇ ਨੂੰ ਕੋਈ ਵੀ ਤਰ੍ਹਾਂ ਦੀ, ਔਰ ਬਿਲਕੁਲ ਇਹ ਸਾਰੇ ਅਸੀਂ ਅਨੁਸ਼ਾਸਨ ਦੇ ਵਿੱਚ ਬੈਠੇ ਹੋਏ ਹਾਂ, ਡਿਸਿਪਲਿਨ ਦੇ ਵਿੱਚ ਬੈਠੇ ਹੋਏ, ਕਾਨੂੰਨ ਦੇ ਵਿੱਚ ਬੈਠੇ ਹੋਏ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਅਸੀਂ ਪਰੇਸ਼ਾਨੀ ਹੈ ਜਿਹੜੀ ਉਹ ਨਹੀਂ ਦੇ ਰਹੇ। ਤੇ ਇੱਕ ਬੜਾ ਇੱਥੇ ਮੋਹ, ਬੜਾ ਜਿਹੜਾ ਹੈਗਾ ਪ੍ਰੇਮ ਦਾ ਭਾਈਚਾਰਾ ਇੱਥੇ ਵੇਖਣ ਨੂੰ ਮਿਲ ਰਿਹਾ ਜੀ। ਅੱਜ ਤੋਂ ਪਹਿਲਾਂ ਜਿਵੇਂ ਹਰਿਆਣੇ ਦੇ ਲੋਕ ਇੱਥੇ ਇਕੱਠੇ ਹੋਏ ਨੇ, ਇਹਨਾਂ ਬਾਰੇ ਕੁਝ ਜਾਣਦੇ ਸੀ ਤੁਸੀਂ? ਜਿਵੇਂ ਪਹਿਲਾਂ ਤਾਂ ਜੋ ਮੰਤਰੀ ਲੋਕ ਨੇ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇੱਕ ਦੂਜੇ ਦੇ ਨਾਲ ਲੜਾਉਣ ਦੇ ਯਤਨ ਹੀ ਕਰਦੀਆਂ ਰਹੀਆਂ ਨੇ, ਕਦੇ ਪਾਣੀ ਦੇ ਮੁੱਦਿਆਂ ਤੇ, ਕਦੇ ਚੰਡੀਗੜ੍ਹ ਦੇ ਮੁੱਦੇ ਤੇ, ਜਾਂ ਕਿਸੇ ਹੋਰ ਮੁੱਦੇ ਤੇ, ਜਾਂ ਭਾਸ਼ਾ ਦੇ ਮੁੱਦੇ ਤੇ। ਤੁਸੀਂ ਪਹਿਲਾਂ ਵੀ ਕਦੇ ਇਹਨਾਂ ਨਾਲ ਇਸ ਤਰ੍ਹਾਂ ਵਰਤੇ ਹੋ ਜਾਂ ਇਹਨਾਂ ਦੇ ਵਿੱਚ ਵਿਚਰੇ ਹੋ? ਨਹੀਂ, ਅਸੀਂ ਸੁਣਦੇ ਜ਼ਰੂਰ ਹੁੰਦੇ ਸੀ, ਜਿਵੇਂ ਆ ਖਾਪ ਪੰਚਾਇਤ ਆਈ, ਖਾਪ ਪੰਚਾਇਤਾਂ ਦੇ ਕਾਨੂੰਨ ਬਾਰੇ ਸੁਣਦੇ ਹੁੰਦੇ ਸੀ, ਬਟ ਅੱਜ ਦੇਖਿਆ ਇੰਨਾ ਮੋਹ ਪਿਆਰ ਇਹਨਾਂ ਦਾ ਤੁਹਾਨੂੰ ਵੇਖਣ ਨੂੰ ਸਾਨੂੰ ਮਿਲਿਆ। ਸਾਨੂੰ ਤਾਂ ਇਹ ਲੱਗਦਾ ਵੀ SYL ਵਾਲਾ ਮੁੱਦਾ ਖਤਮ ਕਰਕੇ ਅਸੀਂ ਵੰਡ ਕਰਕੇ ਪਾਣੀ ਦੇ ਦਈਏ ਇਹਨਾਂ ਨੂੰ, ਵੀ ਲਓ ਬਈ ਭਰਾ ਭਰਾ ਆ, ਆਪਾਂ ਵੰਡ ਕੇ ਹੀ ਲਾ ਲਿਆ ਕਰਕੇ, ਸਾਰਾ ਵੰਡ ਕੇ ਛਕ ਲਿਆ ਕਰਕੇ। ਇੰਨਾ ਸਾਡਾ ਤਾਂ ਦਿਲ ਅੰਦਰੋਂ ਇਹਨਾਂ ਤੇ ਖੁਸ਼ ਹੋਇਆ ਪਿਆ। ਤੇ ਇਹ ਵੀ ਸਾਡੇ ਨਾਲ ਉਹ ਗੱਲ ਹੀ ਨਹੀਂ ਕਰਦੇ, ਕਹਿੰਦੇ ਸਾਡਾ ਕੋਈ ਰੌਲਾ ਹੀ ਨਹੀਂ ਪਾਣੀਆਂ ਦਾ, ਤਾਂ ਇਹ ਤਾਂ ਰੌਲਾ ਹੀ ਸਰਕਾਰਾਂ ਦਾ। ਕਹਿੰਦੇ ਅਸੀਂ ਤਾਂ ਪਾਣੀ ਦੀ ਮੰਗ ਹੀ ਨਹੀਂ ਕੀਤੀ, ਅਸੀਂ ਤਾਂ ਬੈਠੇ ਹੀ ਆਪਦੇ ਜ਼ਮੀਨਾਂ ਦੇ ਲਈ ਹੈ, ਸਾਡਾ ਤਾਂ ਕੋਈ ਪਾਣੀ ਦਾ ਮੰਗ ਹੀ ਨਹੀਂ। ਬਾਕੀ ਇੱਕ ਲੋਕ ਹੋਰ ਵੀ ਕਹਿ ਰਹੇ ਆ ਕਿ ਤੁਹਾਡੀ ਮੰਗ ਸਾਡੀ ਕਾਹਦੀ ਹੈ? ਦੇਖੋ, ਮੰਗ ਥੋੜਾ ਮੰਗਣ ਆਏ ਅਸੀਂ, ਮੰਗ ਤੇ ਥੋੜਾ ਵੀ ਕੁਝ ਮੰਗਣ ਆਏ। ਇਹ ਤਾਂ ਅਸੀਂ ਤਾਂ ਕੁਝ ਮੰਗਣ ਹੀ ਨਹੀਂ ਆਏ, ਕਿਉਂਕਿ ਅਸੀਂ ਤਾਂ ਕੁਝ ਨਵਾਂ ਤਾਂ ਐਡ ਕਰਾਉਣ ਹੀ ਨਹੀਂ ਆਏ ਵੀ ਸਾਨੂੰ ਆਹ ਚੀਜ਼ ਨਵੀਂ ਦਿਓ। ਨਾ ਅਸੀਂ ਕੋਈ ਰੇਟ ਬਾਰੇ, ਨਾ ਹੋਰ। ਸਾਡਾ ਮੇਨ ਮੁੱਦਾ ਜਿਹੜਾ ਚੱਲ ਰਿਹਾ ਸੀ, ਤੁਸੀਂ ਉਹੀ ਚੱਲਣ ਦਿਓ, ਛੇੜਦੇ ਕਿਉਂ ਹੋ? ਅਸੀਂ ਤੁਹਾਨੂੰ ਨਹੀਂ ਛੇੜ ਰਹੇ, ਆਪਦਾ ਆਰਾਮ ਨਾਲ ਚੱਲ ਰਹੇ ਹਾਂ, ਤੁਸੀਂ ਸਾਨੂੰ ਕਿਉਂ ਛੇੜ ਰਹੇ ਹੋ? ਵੈਸੇ ਵੀ ਪੰਜਾਬ ਤਾਂ ਇੱਕ ਸੰਤਤਰ ਸਮਰਾਜ ਹੈ ਜੀ, ਇਹਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ। ਅਸੀਂ ਥੋੜਾ ਦਿੱਲੀ ਆਉਣੇ, ਦਿੱਲੀ ਵਾਲੇ ਸਾਡੇ ਕੋਲ ਜਾਂਦੇ, ਬੰਦ ਕਰ ਦੇਣਾ ਆਉਣਾ। ਅਸੀਂ ਤਾਂ ਆਉਂਦੇ ਨਹੀਂ ਦਿੱਲੀ, ਅਸੀਂ ਲੈਣ ਕੀ ਆਉਣਾ? ਸਾਡੇ ਕੋਲ ਤਾਂ ਸਾਰਾ ਕੁਝ ਪੂਰਾ ਆਪਦਾ, ਸਾਰਾ ਕੁਝ ਸਾਡੀ ਧਰਤੀ ਦਿੰਦੀ ਹੈ, ਸਾਰਾ ਕੁਝ ਪ੍ਰਮਾਤਮਾ ਸਾਨੂੰ ਦਿੰਦਾ, ਅਸੀਂ ਲੈਣ ਕੀ ਆਉਣਾ? ਸਾਡਾ ਤਾਂ ਇੱਕ ਸੰਤਤਰ ਸਮਰਾਜ ਹੈ, ਇੱਕ ਤੁਸੀਂ ਕਹਿ ਲਓ ਵੀ ਇੱਕ ਯੂਨਾਈਟਿਡ ਕਿੰਗਡਮ ਹੈ ਪੰਜਾਬ। ਇਹਨੂੰ ਤਾਂ ਲੋੜ ਹੀ ਨਹੀਂ ਦਿੱਲੀ ਦੀ, ਦਿੱਲੀ ਨੂੰ ਲੋੜ ਹੈ ਸਾਨੂੰ, ਦਿੱਲੀ ਜਾਂਦੀ ਹੈ ਉਧਰ। ਕਿਉਂ ਸਾਨੂੰ ਛੇੜਦੀ ਹੈ? ਕਿਉਂ ਸਾਡੇ ਨਵੇਂ ਆਪਦੇ ਕਾਨੂੰਨ? ਹੁਣ ਦੇਖੋ, ਜ਼ਮੀਨਾਂ ਅਕਵਾਇਰ ਦੀ ਕਿਉਂ ਗੱਲ ਕਰ ਰਹੀ ਹੈ? ਜ਼ਮੀਨਾਂ ਇਹਨਾਂ ਦੀਆਂ ਦਿੱਤੀਆਂ ਹੋਈਆਂ, ਇਹਨਾਂ ਦੀਆਂ ਪੈਲੀਆਂ ਉਹ। ਸਾਡਾ ਤਾਂ ਕੋਈ ਰੌਲਾ ਹੀ ਨਹੀਂ। ਇਸ ਤਰ੍ਹਾਂ ਜੋ ਚੱਲ ਰਿਹਾ ਤੁਸੀਂ ਉਹੀ ਚੱਲਣ ਦਿਓ, ਛੇੜੋ ਨਾ। ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਕਿ ਮੌਸਮ ਬਹੁਤ ਵਿਗੜ ਚੁੱਕਿਆ ਹੈ, ਬਾਰਿਸ਼ ਬਹੁਤ ਜ਼ੋਰ ਸ਼ੋਰ ਤੇ ਚੱਲ ਰਹੀ ਹੈ ਤੇ ਠੰਡ ਦਾ ਜੋ ਹੈ ਦਬਦਬਾ ਉਹ ਵੀ ਵੱਧਦਾ ਜਾ ਰਿਹਾ ਹੈ। ਇਹ ਜੋ ਬਾਰਿਸ਼ ਹੋ ਰਹੀ ਹੈ ਇਸ ਸਮੇਂ, ਇਹ ਤੁਹਾਨੂੰ ਕਿੰਨਾ ਪਰੇਸ਼ਾਨੀ ਆ ਰਹੀ ਹੈ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਜੀ, ਕੋਈ ਪਰੇਸ਼ਾਨੀ ਨਹੀਂ ਸਾਨੂੰ। ਦੇਖੋ ਆ ਹੁਣ ਵੀ ਆਪਾਂ ਮੀਂਹ ਦੇ ਵਿੱਚ ਹੀ ਖੜੇ ਆ, ਇਸ ਟਾਈਮ ਬਿਲਕੁਲ ਮੀਂਹ ਚੱਲ ਰਿਹਾ। ਇਹ ਤਾਂ ਪ੍ਰਮਾਤਮਾ ਖੁਸ਼ ਹੈ ਸਾਡੇ ਤੇ, ਪ੍ਰਮਾਤਮਾ ਇੱਕ ਰਹਿਮਤ ਕਰਦਾ ਵੀ ਤੁਸੀਂ ਬੈਠੋ ਉੱਥੇ, ਤੁਹਾਡੀਆਂ ਫਸਲਾਂ ਨੂੰ ਪਾਣੀ ਲਾਉਣ ਦਾ ਕੰਮ ਅਸੀਂ ਕਰਾਂਗੇ। ਵਾਹਿਗੁਰੂ ਇੱਕ ਖੁਸ਼ ਹੈ ਸਾਡੇ ਤੇ, ਇੰਦਰ ਦੇਵਤਾ ਖੁਸ਼ ਹੈ ਸਾਡੇ ਤੇ, ਉਹ ਵਰਖਾ ਜਿਹੜਾ ਹੈਗਾ ਵਰਸਾ ਰਿਹਾ। ਔਰ ਇੱਕ ਪ੍ਰਮਾਤਮਾ ਦਾ ਵੀ ਬੜਾ ਵਾਸਾ ਇੱਥੇ। ਤੁਹਾਨੂੰ ਮੈਂ ਦੱਸਿਆ ਸੀ ਵੀ ਕੋਈ ਜਾਤ ਪਾਤ ਨਹੀਂ ਹੈਗਾ ਜੀ, ਕੋਈ ਧਰਮ ਨਹੀਂ ਹੈਗਾ। ਈਵਨ ਦੈਨ ਇੱਥੋਂ ਤੱਕ ਕਿ ਬੋਰਡ ਵੀ ਲੱਗ ਚੁੱਕੇ ਨੇ, ਹਿੰਦੂ ਮੁਸਲਿਮ ਸਿੱਖ ਈਸਾਈ ਦੇ। ਤੁਸੀਂ ਜਲਾਲ ਦੇ ਲੰਗਰ ਦੇ ਸਾਹਮਣੇ ਜੇ ਦੇਖੋਗੇ ਨਾ, ਤਾਂ ਉਹਨਾਂ ਨੇ ਬੋਰਡ ਵੀ ਲਾ ਰੱਖਿਆ ਵੀ ਕੋਈ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਇੱਕ ਹੈ। ਇਸ ਤਰ੍ਹਾਂ ਦਾ ਟਾਈਮ ਆ ਚੁੱਕਿਆ ਕਿ ਹੁਣ ਇਹ ਸਾਰੇ ਲੋਕ ਇੱਕ ਹੋ ਚੁੱਕੇ ਨੇ, ਕੋਈ ਵੀ ਜਾਤ ਪਾਤ ਦਾ ਨਹੀਂ ਰਿਹਾ, ਕੋਈ ਵੀ ਸਟੇਟ ਦਾ ਨਹੀਂ ਰਿਹਾ। ਸਾਰੇ ਲੋਕ ਇੱਕ ਹਰੇ ਝੰਡੇ ਥੱਲੇ, ਇੱਕ ਕਿਸਾਨੀ ਦੇ ਝੰਡੇ ਥੱਲੇ ਆ ਜਿਹੜੇ ਉਹ ਇਕੱਠੇ ਹੋ ਚੁੱਕੇ ਆ। ਤੇ ਇਹੀ ਚੀਜ਼ ਚਾਹੀਦੀ ਸੀ, ਇਹ ਕਾਫੀ ਚਿਰ ਪਹਿਲਾਂ ਚਾਹੀਦੀ ਸੀ ਚੀਜ਼ ਸਾਨੂੰ, ਜਿਹੜੀ ਕਿ ਹੁਣ ਹੋਈ ਹੈ। ਇਹ ਬਹੁਤ ਵਧੀਆ, ਇਹ ਸਾਨੂੰ ਕਾਫੀ ਟਾਈਮ ਪਹਿਲਾਂ ਇਕੱਠੇ ਹੋਣਾ ਚਾਹੀਦਾ ਸੀ। ਹੁਣ ਇਹ ਲੋਕਾਂ ਦਾ, ਇਹ ਜਿਹੜੇ ਸਾਨੂੰ ਰਾਜ ਕਰਦੇ ਸੀ ਨਾ ਜੀ, ਸਰਕਾਰਾਂ ਰਾਜ ਕਰਦੀਆਂ ਸੀ, ਸਾਨੂੰ ਵੰਡ ਕੇ ਤਾਂ ਰਾਜ ਕਰ ਸਕਦੀਆਂ ਸੀ, ਪਰ ਇਕੱਠੇ ਕਰਕੇ ਨਹੀਂ। ਹੁਣ ਇਹਨਾਂ ਨੇ ਸਾਨੂੰ ਇਕੱਠੇ ਕਰਤਾ, ਹੁਣ ਇਹ ਰਾਜ ਨਹੀਂ ਉਹ ਲੋਕਾਂ ਨੇ ਕਰਨ ਦੇਣਾ। ਹੁਣ ਤਾਂ ਲੋਕ ਰਾਜ ਹੋ ਗਿਆ। ਤੁਸੀਂ ਦੇਖੋ ਵੀ ਏਡੂ ਵੱਡੀ ਲੋਕ ਰਾਜ ਦੀ ਕੋਈ ਉਦਾਹਰਨ ਨਹੀਂ। ਤਾਂ ਅਸੀਂ ਮੋਦੀ ਦਾ ਇੱਕ ਤਰ੍ਹਾਂ ਨਾਲ ਚਲੋ ਵਿਰੋਧ ਵੀ ਹੈ ਤੇ ਪਰ ਧੰਨਵਾਦ ਵੀ ਕਰਦੇ ਹਾਂ, ਜਿਹੜਾ ਸਾਨੂੰ ਇੱਕ ਝੰਡੇ ਥੱਲੇ ਇਕੱਠਾ ਕਰ ਗਿਆ, ਇੱਕ ਹਰੇ ਝੰਡੇ ਥੱਲੇ, ਸਾਨੂੰ ਇੱਕ ਕਿਸਾਨੀ ਦੇ ਝੰਡੇ ਥੱਲੇ ਇਕੱਠਾ ਕਰ ਗਿਆ। ਇੰਨਾ ਮੋਹ ਪਿਆਰ ਲੋਕਾਂ ਦਾ ਵੇਖਣ ਨੂੰ ਕਿਸੇ ਵੀ ਅੰਦੋਲਨ 'ਚ ਨਹੀਂ ਮਿਲਦਾ। ਕਿਤੋਂ ਵੀ ਕੋਈ ਚੀਜ਼ ਫੜੋ ਤੁਸੀਂ, ਕਿਤੋਂ ਵੀ ਕੋਈ ਰੋਟੀ ਮੰਗੋ, ਕੁਛ ਮੰਗੋ, ਤੁਹਾਨੂੰ ਬੜਾ ਪ੍ਰੇਮ ਨਾਲ ਛਕਾਉਂਦੇ ਨੇ, ਖਵਾਉਂਦੇ ਨੇ। ਇਹ ਇੱਕ ਬੜਾ ਇੱਕ ਇਨਕਲਾਬ ਤੁਸੀਂ ਇਹਨੂੰ ਕਹਿ ਸਕਦੇ ਹੋ। ਇਹ ਸੰਘਰਸ਼ ਨਹੀਂ, ਇੱਕ ਕ੍ਰਾਂਤੀ ਹੈ ਜਿਹੜੀ ਕਿ ਪੰਜਾਬ ਵੱਲੋਂ ਚੱਲੀ ਹੈ। ਇੱਕ ਇਨਕਲਾਬ ਹੈ, ਇਹ ਨਵਾਂ ਪੈਦਾ ਹੋ ਰਿਹਾ, ਜਿਹੜੀ ਇੱਕ ਨਵੀਂ ਆਜ਼ਾਦੀ ਲਿਆਊਗਾ ਤੇ ਇੱਕ ਨਵਾਂ ਚੀਜ਼ ਪੈਦਾ ਕਰੂਗਾ। ਔਰ ਮੈਂ ਕਿਸਾਨਾਂ ਨੂੰ ਵੀ ਇਹੀ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਆਪਾਂ ਇਸੇ ਤਰ੍ਹਾਂ ਇਕੱਠੇ ਰਵਾਂਗੇ ਨਾ, ਜੇ ਇਸੇ ਤਰ੍ਹਾਂ ਯੂਨਿਟੀ ਬਣਾ ਕੇ ਰੱਖਾਂਗੇ ਤਾਂ ਕਿਸੇ ਦੀ ਜ਼ਰੂਰਤ ਨਹੀਂ ਵੀ ਆਪਣਾ ਆਪ ਦੀ ਮਰਜ਼ੀ ਦਾ ਭਾਅ ਲਾਊਗਾ। ਫਿਰ ਹਰੇਕ ਚੀਜ਼ ਦਾ ਰੇਟ ਵੀ ਅਸੀਂ ਤੈਅ ਕਰਿਆ ਕਰਾਂਗੇ ਤੇ ਮਰਜ਼ੀ ਨਾਲ ਅਸੀਂ ਵੇਚਿਆ ਕਰਾਂਗੇ, ਕਿਉਂਕਿ ਸਾਡਾ ਏਕਾ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ। ਹਰੇਕ ਜਗ੍ਹਾ ਜਦੋਂ ਅਸੀਂ ਇਕੱਠੇ ਹੋਵਾਂਗੇ, ਕੋਈ ਵੀ ਸਾਡੀ ਫਸਲਾਂ ਦੀ ਨਰਾਦਰ ਨਹੀਂ ਕਰੂਗਾ। ਸਾਡੀ ਫਸਲਾਂ ਨੂੰ ਦੜਾ ਪਾ ਕੇ, ਨਰਮੇ ਨੂੰ ਚੱਲਦੇ ਰੇਟ ਦੇ ਵਿੱਚ ਦੜਾ ਪਾ ਕੇ, ਜਿਹੜਾ ਇੱਟ ਪਾ ਕੇ ਤੋਲਦੇ ਸੀ ਨਾ, ਤਿੰਨ ਇੱਟਾਂ ਪਾ ਕੇ ਫੈਕਟਰੀ ਵਾਲੇ ਕਿਸਾਨਾਂ ਨਾਲ ਧੱਕਾ ਕਰਦੇ ਸੀ, ਉਹ ਨਹੀਂ ਹੋਊਗਾ। ਉਹ ਨਹੀਂ ਹੋਊਗਾ ਹੁਣ, ਕਿਉਂਕਿ ਅਸੀਂ ਇਕੱਠੇ ਹਾਂ। ਸਾਨੂੰ ਡਰ ਹੈ ਸਰਕਾਰਾਂ ਨੂੰ ਵੀ ਅਸੀਂ ਇਕੱਠੇ ਹਾਂ। ਉਹ ਸਾਰਾ ਕੁਝ ਬੰਦ ਹੋ ਜਾਊਗਾ ਹੁਣ, ਬੜੇ ਵੱਡੇ ਲੈਵਲ ਤੇ ਬੰਦ ਹੋ ਜਾਊਗਾ ਜੀ, ਜਦੋਂ ਅਸੀਂ ਇੰਨੇ ਇੱਕ ਝੰਡੇ ਥੱਲੇ ਇਕੱਠੇ ਰਵਾਂਗੇ। ਮੋਦੀ ਮੋਦੀ ਮੋਦੀ, ਜਿੱਥੇ ਵੀ ਅਸੀਂ ਗੱਲ ਕਰਦੇ ਹਾਂ, ਹਰ ਕਿਸਾਨ, ਹਰ ਵਰਗ ਦਾ ਇਨਸਾਨ ਮੋਦੀ 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 ਕਰਦਾ ਹੈ। ਐਡਾ ਮੋਦੀ ਕਿੰਨਾ ਕੁ ਮਾੜਾ ਹੋ ਗਿਆ ਕਿ ਜੋ ਕੋਈ ਪਰਿਵਾਰ ਦਾ ਮੁਖੀਆ ਜਾਂ ਪਿੰਡ ਦਾ ਸਰਪੰਚ ਜਾਂ ਆਪਣੇ ਏਰੀਆ ਦਾ ਕੋਈ ਚੇਅਰਮੈਨ, ਕੋਈ ਵੀ ਮੁਖੀਆ ਬਣਦਾ, ਆਪਾਂ ਕਿਹਨੂੰ ਬਣਾਉਂਦੇ ਹਾਂ? ਜੋ ਸਭ ਤੋਂ ਚੰਗਾ ਆਪਾਂ ਨੂੰ ਲੱਗਦਾ, ਜਿਹਦੇ ਵੱਲ ਸਭ ਤੋਂ ਵੱਧ ਜਨਤਾ ਹੁੰਦੀ ਆ। ਇੱਕ ਤੇ ਮੋਦੀ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ, ਤੁਸੀਂ ਪੂਰੇ ਜ਼ੋਰ ਸ਼ਾਨ ਨਾਲ, ਮਤਲਬ ਪੂਰੀ ਖੁਸ਼ੀ ਨਾਲ ਉਹਨਾਂ ਨੂੰ ਅਹੁਦਾ ਬਖਸ਼ਿਆ। ਮੰਨਦੇ ਆ ਕਿ ਉਹ ਮਾੜੇ ਨੇ, ਮਾੜੀ ਸਰਕਾਰ ਆ, ਚੰਗੇ ਕੰਮ ਨਹੀਂ ਕਰਦੇ,
ਦੇਸ਼ ਦੇ ਹੱਕ ਵਿੱਚ ਨਹੀਂ ਖੜਦੇ। ਤੇ ਜਦੋਂ ਦੁਬਾਰਾ ਹੀ ਦੂਸਰੀ ਵਾਰ ਉਹਨੂੰ ਫੇਰ ਪ੍ਰਧਾਨ ਮੰਤਰੀ ਬਣਾਇਆ ਗਿਆ, ਉਦੋਂ ਤੁਸੀਂ ਲੋਕ ਕਿੱਥੇ ਸੀ? ਅੱਜ ਜਿਹੜੇ ਮੋਦੀ ਨੂੰ ਮਾੜਾ ਮਾੜਾ ਕਹਿ ਰਹੇ ਹੋ, ਉਹਦੇ 'ਚ ਮਾੜੀ ਗੱਲ ਕੀ ਆ? ਦੇਖੋ, ਜੇ ਮੋਦੀ ਨੂੰ ਅਸੀਂ, ਜਦੋਂ ਸਾਨੂੰ ਪੁੱਛਦੇ ਵੀ ਅਸੀਂ ਕਿੱਥੇ, ਤਾਂ ਸਾਡੇ ਤੋਂ ਕਿਸੇ ਨੂੰ ਪੁੱਛ ਲਓ, ਇੰਨਾ ਇਕੱਠ ਹੈ, ਤੁਸੀਂ ਸ਼ਹਿਰਾਂ 'ਚ ਵੀ ਪੁੱਛ ਲਓ ਜੀ, ਕਿਸੇ ਨੇ ਮੋਦੀ ਨੂੰ ਵੋਟ ਪਾਈ ਹੀ ਨਹੀਂ। ਇਹ ਤਾਂ ਰੱਬ ਜਾਣੇ, ਦੇਖੋ ਕਿਤੇ ਵੀ ਇਲੈਕਸ਼ਨ ਹੁੰਦੇ ਐਡੀ ਕੋਈ ਬੰਦੇ ਦੀ ਲੈ ਨਹੀਂ ਫਿਰ ਉਹ ਵੋਟਾਂ ਕਪੜਾ ਜੀ। ਨਹੀਂ, ਇੱਕ ਮਿੰਟ ਜੀ, ਮੇਰੀ ਗੱਲ ਸੁਣੋ। ਅਗਰ ਕਿਸੇ ਨੇ ਵੀ ਮੋਦੀ ਨੂੰ ਵੋਟ ਨਹੀਂ ਪਾਈ, ਕੀ ਵੋਟਾਂ ਦੀ ਬਰਸਾਤ ਹੋਈ ਸੀ ਉਦੋਂ? ਜੀ ਈਵੀਐਮ ਹੈਕ ਹੋ ਗਿਆ, ਆਏ ਕਿਹੜੇ ਹੁੰਦੀਆਂ ਇਹ ਜਦੋਂ ਵੀ ਸਟੇਟਾਂ ਦੇ ਵਿੱਚ ਦੇਖੋ, ਜਦੋਂ ਮੋਦੀ ਜਿਹੜੇ ਜਿਮਨੀ ਚੋਣਾਂ ਹੁੰਦੀਆਂ ਉਹ ਕਿਉਂ ਹਰਦਾ? ਹਰਿਆਣਾ ਦੇ ਵਿੱਚ ਸਿੰਗਲ ਜੋ ਇਲੈਕਸ਼ਨ ਵੱਲ, ਜਿਮਨੀ ਚੋਣਾਂ ਵੱਲ ਉਹ ਦੇਖਦਾ ਨਹੀਂ। ਜਿਹੜੇ ਵੱਡੇ ਇਲੈਕਸ਼ਨ ਹੁੰਦੇ ਆ ਉਹ ਇਹ ਚੀਜ਼ ਸਾਬਤ ਕਰਦੇ ਆ, ਹਰੇਕ ਚੀਜ਼ ਜਿੱਤਣ ਦਾ ਕੀ ਮਤਲਬ? ਇਸ ਬੰਦੇ ਨੂੰ ਆਉਂਦੇ ਕੁਛ ਨਹੀਂ ਜੀ। ਇਹ ਤਾਂ ਇੰਨਾ ਕੁ ਬੰਦਾ, ਤੁਸੀਂ ਇਸ ਦੀ ਚਲੋ ਕਹਿਣਾ ਨਹੀਂ ਚਾਹੀਦਾ ਐਡਾ, ਜਿਨ੍ਹਾਂ ਦਾ ਕੰਮ ਹੀ ਚਾਹ ਵੇਚਣਾ ਉਹ ਰਾਜ ਨਹੀਂ ਪਾਉਂਦੇ ਉਹਨਾਂ ਨੂੰ। ਜਿਨ੍ਹਾਂ ਦਾ ਕੰਮ ਰਾਜ ਕਰਨਾ ਉਹ ਇੱਥੇ ਸੜਕਾਂ ਤੇ ਚਾਹ ਬਣਾਉਂਦੇ, ਤੇ ਜਿਨ੍ਹਾਂ ਦਾ ਕੰਮ ਚਾਹ ਵੇਚਣਾ ਉਹ ਉੱਥੇ ਤਖਤਾਂ ਤੇ ਰਾਜ ਕਰਦੇ। ਤੁਸੀਂ ਇਹਨੂੰ ਚਾਹ ਵੇਚਦੇ ਨੂੰ ਕਿਸੇ ਨੇ ਦੇਖਿਆ? ਨਹੀਂ ਦੇਖਣ, ਦੇਖੋ ਜੋ ਚੀਜ਼ ਹਿਸਟਰੀ ਹੈ, ਜੋ ਲਿਖਤ ਹੈ, ਦੇਖਣਾ ਨਹੀਂ। ਖੁਦ ਆਪ ਬੋਲਿਆ ਕਿ ਏਡੇ ਏਡੇ ਮੇਰੇ ਹੱਥ ਝੁੱਗੇ ਹੁੰਦੇ ਸੀ, ਮੈਂ ਖੁਦ ਧੋਂਦਾ ਹੁੰਦਾ ਸੀ, ਉਹ ਤਾਂ ਖੁਦ ਆਪਦੇ ਮੂੰਹੋਂ ਕਹਿ ਰਿਹਾ ਜੀ। ਤਾਂ ਦੇਖਣ ਦਾ ਮਤਲਬ ਹੀ ਨਹੀਂ, ਉਹ ਖੁਦ ਕਹਿ ਰਿਹਾ। ਬਾਕੀ ਇਹਦੀ ਹੋਣ ਦੀ ਤੁਸੀਂ ਦੇਖੋ, ਖੱਟਰ ਉਹ ਦੂਜਾ ਅਮਿਤ ਸ਼ਾਹ ਹੈ, ਤੇ ਇਹ ਇਸ ਪਾਰਟੀ ਦੀ ਹੋਣ ਦੀ ਦੰਗਿਆਂ ਤੋਂ ਹੋਈ ਹੈ ਜੀ। ਉਹ ਅਡਵਾਨੀ ਜੀ ਸੀਗੇ, ਜਦੋਂ ਜਾਮਾ ਮਸਜਿਦ ਤੋਂ ਇਹ ਲਹਿਰ ਲੈ ਕੇ ਤੁਰੇ ਸੀਗੇ, ਸਾਡੇ ਨਾਲ ਚਲੋ ਅਸੀਂ ਰਾਮ ਮੰਦਿਰ ਬਣਾਵਾਂਗੇ, ਇਹਨਾਂ ਨੇ ਤਾਂ ਆਪਦੀ ਪਾਰਟੀ ਦੀ ਹੋਣ ਦੀ ਦੰਗਿਆਂ ਦੇ ਆਧਾਰ ਤੇ ਦੰਗੇ ਕਰਾਉਣਾ ਇਹਨਾਂ ਦਾ ਕੰਮ ਹੈ। ਤਾਂ ਬੰਦੇ ਮੰਨ ਲਓ ਪਦੈਸ਼ੀ ਬੰਦੇ ਗੁੰਡੇ ਨੇ ਜੀ। ਲੋਹਾ ਕੇਸ ਜਿਹੜਾ ਜੱਜ ਇਹਨਾਂ ਨੇ ਕਤਲ ਕਰਵਾਇਆ ਸੀਗਾ, ਇਹ ਤੇ ਆਰੋਪ ਸੀਗੇ ਅਮਿਤ ਸ਼ਾਹ ਤੇ। ਜੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਦੇਖੋ ਨਾ, ਸੁਪਰੀਮ ਕੋਰਟ ਦੇ ਜੱਜ ਨੇ ਉਦੋਂ ਇਹ ਗੱਲ ਕਹਿਤੀ ਸੀ ਵੀ ਇਹ ਨਾ ਹੋਵੇ ਮੈਨੂੰ 20 ਸਾਲਾਂ ਬਾਅਦ ਗੱਲ ਪਛਤਾਉਣੀ ਪਵੇ, ਲੋਕਤੰਤਰ ਖਤਰੇ 'ਚ ਹੈ। ਔਰ ਵਾਕਈ ਇਹ ਗੱਲ ਸਹੀ ਹੈ, ਜੇ ਚੰਗੀ ਤਰ੍ਹਾਂ ਇਹਨੂੰ ਪਰਖਿਆ ਜਾਵੇ ਨਾ ਤਾਂ ਲੋਕਤੰਤਰ ਖਤਰੇ 'ਚ ਹੈ। ਲੋਕਾਂ ਦਾ ਕੋਈ ਲੋਕਤੰਤਰ ਨਹੀਂ ਰਿਹਾ, ਇਹ ਇੱਕ ਤਰ੍ਹਾਂ ਨਾਲ ਜਨਤੰਤਰ ਹੋ ਗਿਆ ਹੈ। ਇਹ ਇੱਕ ਤਰ੍ਹਾਂ ਨਾਲ ਕੋਈ ਪਰਜਾਤੰਤਰ ਵਾਲੀ ਇਹਦੇ 'ਚ ਗੱਲ ਨਹੀਂ ਰਹੀ, ਡੈਮੋਕ੍ਰੇਸੀ ਬਣਦੀ ਜਾ ਰਹੀ ਹੈ। ਧੱਕੇ ਨਾਲ ਇਹ ਬੰਦੇ ਰਾਜ ਕਰ ਰਹੇ ਆ, ਲੋਕਤੰਤਰ ਵਾਲੀ ਕੋਈ ਗੱਲ ਨਹੀਂ। ਇਹ ਖੁਦ ਸੁਪਰੀਮ ਕੋਰਟ ਦੇ ਜੱਜ ਨੇ, ਮੈਂ ਉਹਨਾਂ ਦਾ ਹੁਣ ਨਾਮ ਭੁੱਲ ਗਿਆ ਜੀ, ਉਹ ਦੀਪਕ ਮਿਸ਼ਰਾ ਸ਼ਾਇਦ ਜੱਜ ਹੈੱਡ ਸੀਗਾ, ਅੱਜ ਤੋਂ 7 ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਅਖਬਾਰ 'ਚ ਬਿਆਨ ਆਇਆ ਸੀ, ਉਹ ਕਹਿੰਦੇ ਸਾਨੂੰ ਪਛਤਾਉਣਾ ਪਊਗਾ, ਇਸ ਟਾਈਮ ਲੋਕਤੰਤਰ ਹੈ ਜਿਹੜਾ ਉਹ ਖਤਰੇ ਦੇ ਵਿੱਚ ਹੈ, ਤੁਸੀਂ ਆਪਦੀ ਪੜਤਾਲ ਕਰ ਲਓ, ਜੀ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੰਦਿਰ ਦਾ ਜੋ ਕੰਮ ਕੀਤਾ ਹੈ ਮੋਦੀ ਨੇ, ਕੀ ਗੱਲ ਤੁਹਾਡੇ ਨਜ਼ਰ 'ਚ ਇਹ ਠੀਕ ਨਹੀਂ? ਨਹੀਂ ਦੇਖੋ, ਇਹਦਾ ਮੈਂ ਇਹ ਨਹੀਂ ਜਾਣਦਾ ਵੀ ਉੱਥੇ ਕੀ ਸਹੀ ਸੀ ਕੀ ਗਲਤ ਸੀ, ਬਟ ਮੈਨੂੰ ਇੰਨਾ ਜ਼ਰੂਰ ਪਤਾ ਹੈ ਜੀ, ਇੰਨਾ ਜ਼ਰੂਰ ਪਤਾ ਹੈ ਕਿ ਤੈਅ ਸੀ ਗੱਲ ਕਿ ਉਹ ਮੰਦਿਰ ਹੀ ਬਣਾਊਗਾ, ਉਹ ਜਾਮਾ ਮਸਜਿਦ ਨਹੀਂ। ਕਿਉਂਕਿ ਉਦੋਂ ਲਹਿਰ ਹੀ ਉਹ ਮੰਦਿਰ ਦੀ ਲੈ ਕੇ ਚੱਲੇ ਸੀ, ਜਿਹੜੇ ਦੇ ਅਡਵਾਨੀਆਂ ਆ ਗਏ ਸੀ। ਇਹਨਾਂ ਨੂੰ ਪਤਾ ਸੀਗਾ ਵੀ ਜਿਹੜੇ ਹਿੰਦੂਆਂ ਦੀ ਗਿਣਤੀ ਹੈ ਉਹ ਜ਼ਿਆਦਾ ਹੈ, 95% 96% ਕਹਿ ਰਿਹਾ ਵੀ ਹਿੰਦੂ ਧਰਮ ਹੈ, ਤੇ ਮੁਸਲਮਾਨਾਂ ਧਰਮ ਵੱਲ ਕਿਉਂ ਆਊਗਾ ਜੀ? ਇਹ ਘੱਟ ਗਿਣਤੀ ਵੱਲ ਕਿਉਂ ਆਊਗਾ? ਇੱਥੇ ਸਾਡੇ ਨਾਲ ਜੀ ਹੋਰ ਵੀ ਸਟੇਟਾਂ ਤੋਂ ਕਿਸਾਨ ਆਏ ਹਨ ਜੋ ਸਾਡੇ ਨਾਲ खड़े हैं। ਹੁਣ ਗੱਲ ਕਰਦੇ हैं ਉਹਨਾਂ ਨਾਲ। आप कहाँ से आए हो, आपका क्या नाम है, यहाँ आने का कारण क्या है, मुख्य कारण क्या है? जी, मेरा नाम शशांक तिवारी है। मैं मध्य प्रदेश का बंदा हूँ, मध्य प्रदेश से आया हूँ। लगभग 20 से 30 गाड़ियाँ हमारे साथ आई हुई हैं, और हम लोग लगभग 30 से 40 बंदे मध्य प्रदेश से आए हुए हैं। और यही हाल मध्य प्रदेश का है जी। जो किसान आंदोलन में मध्य प्रदेश के किसान भी शिरकत कर रहे हैं, वो भी आ रहे हैं, लेकिन कारण ये है कि किसान की जो धान है, वो धान जो तुलाई हो रही है, खरीदी हो रही है, वो उस पर अड़ा हुआ है कि वो धान तुलाई हो जाए, जो पैडी की जो होती है, तो वो खरीदी हो जाए, उसके बाद किसान आएंगे। लेकिन मध्य प्रदेश की आप थोड़ा सा स्थिति में आपको बताना चाहूँगा कि जो केंद्र की मोदी सरकार जो नया कृषि विधेयक 2020 लेकर आई है, उसमें क्या स्थितियां हैं। हमारे मध्य प्रदेश के मुख्यमंत्री हैं सीएम शिवराज सिंह चौहान। वो अभी 2 बार, पिछले 2 से 3 बार मुख्यमंत्री रहे, फिर बीच में कांग्रेस के कमलनाथ बन गए मध्य प्रदेश में सीएम, फिर उनकी सरकार गिराकर जबरदस्ती बीजेपी फिर बन गई, सरकार बन गई बीजेपी की मध्य प्रदेश में, और शिवराज सिंह चौहान मुख्यमंत्री बन गए। इन्होंने कृषि विधेयक 2020 में किसानों की जो हालत की है वो मैं आपको बताना चाहूंगा। मध्य प्रदेश में 15 से 20% किसान हैं, ओनली 15 to 20% are the farmers who are getting the MSP price, and rest of the farmers are not getting anything about MSP उनको मिलता ही नहीं है। जो बड़े किसान हैं, मालगुजार जिनको हम कहते हैं, उनको MSP मिलता है। और कृषि विधेयक 2020 में यही बताया गया है कि कृषि विधेयक 2020 में कि जो हम जो अपनी जो फसल बेचेंगे वो
हम सीधे अंबानी अडानी जैसे कॉरपोरेट को बेचेंगे, और यदि उनसे कोई हमारी और उनके बीच में कोई कॉन्ट्रैक्ट में कोई दिक्कत होती है तो लोकल एसडीएम उसमें हेल्प करेगा। तो आप मेरे को एक चीज बताइए कि लोकल एसडीएम हमारी छोटे किसानों की सुनेगा या बड़ा आदमी कॉरपोरेट अंबानी अडानी जैसे व्यक्ति की सुनेगा? वो तो बड़ा आदमी अंबानी अडानी की सुनेगा, हमारे छोटे किसानों की तो बात नहीं सुनेगा। पहली बात मैंने ये बोली। दूसरी बात ये बोली कि मध्य प्रदेश में एक जिला है पिपरिया, होशंगाबाद के बाद। होशंगाबाद में जो पिपरिया है वहां पर एक कंपनी है फॉर्च्यून एक राइस, बासमती राइस ब्रांड की कंपनी है। उन्होंने जो कृषि विधेयक बिल में जो बताया गया है कि किसानों को कंपनियां खाद प्रोवाइड करेंगी, पानी प्रोवाइड करेंगी, कैसे खेती करना है वो प्रोवाइड करेंगी, टेक्निक प्रोवाइड करेंगी, तो उन्होंने सब कुछ किया किसान को। लेकिन किसान का जब पेमेंट करने की बारी आई तो लगभग 2.5 से 3 करोड़ रुपए का उनको चूना लगा दिया गया, और हमारे सीएम उसमें तारीफ दे रहे थे कि हमने कार्रवाई करवा दी एसडीएम के तहत। लेकिन जमीनी हकीकत में मध्य प्रदेश का किसान वाकई बड़ा परेशान है। ना उसे टाइम पर नहरों का पानी मिलता है, ना टाइम पर उसे खाद मिलती है, यूरिया नहीं मिलता। मध्य प्रदेश में आसानी से शराब दुकानें मिल जाती हैं, शराब मिल जाती है, नशे मिल जाते हैं, लेकिन किसानों को खाद नहीं मिलती। ये स्थिति मध्य प्रदेश की है। मेरे साथ एक बंदा और आया हुआ है, मैं उससे ही बात कराना चाहूंगा। इनसे भी हम लोग बात करेंगे, लेकिन आपने जो बात की है पहले इसके बारे में हम बोलना चाहते हैं, कुछ पूछना चाहते हैं। आप लोग बोल रहे हैं कि मध्य प्रदेश में नशा बहुत तादाद में मिलता है, शराब मिलती है और भी कई तरह के नशे मिलते हैं, लेकिन दूसरे स्टेटों के लोग और जो हिंदुस्तान की सरकार है, भारत की सरकार है, वो तो पंजाब को बदनाम कर रही है दिन पर दिन कि पंजाब का युवा बच्चा है जो जुआ जंग है वो दिन पर दिन नशई होता जा रहा है, वहाँ चिट्टा हो गया है, ये हो गया है, दारू हो गया है। इसका एक बहुत अच्छा जवाब है कि मौजूदा सरकार जो है, केंद्र सरकार, वो तानाशाह की सरकार है। ये यदि कोई इनके प्रति आंदोलन करता है या इनके प्रति कुछ बोलता है तो उसे ये टुकड़े टुकड़े गैंग बोलेंगे, उसे ये आतंकवादी बोलेंगे, उसे ये खालिस्तानी बोलेंगे, उसे वो ट्विटर ट्रेंड में रातों रात आतंकवादी घोषित कर देते हैं। एक बहुत अच्छे डायरेक्टर हैं, बॉलीवुड मूवी बनाते हैं, अनुराग जो हैं वो अनुराग कश्यप बहुत अच्छी मूवीज बनाते हैं, अच्छी अच्छी स्टोरी, सामाजिक स्टोरी करते हैं। उनको इन्होंने बना दिया, रातों रात नक्सली बना दिया। तो ये हर किसी को जो इनके खिलाफ बोलेगा, जो इनके सपोर्ट नहीं करेगा, जो इनके सच बोलेगा तो उसको ये नशे वाले, लिब्रांड और खालिस्तानी, आतंकवादी, नक्सलवाद, टुकड़े टुकड़े गैंग, ये हर तरीके से इनके पास पैतरे हैं और बताते रहेंगे। पंजाब का युवा भी ऐसे जागरूक हो गया है और मध्य प्रदेश का युवा भी जागरूक हो रहा है। आजकल जो यूथ है वो इंटेलेक्चुअल ज्यादा है, वो ज्यादा कट्टरवाद नहीं पसंद करता, वो ज्यादा धार्मिक भावना पसंद नहीं करता। वो ये सोचता है कि जो हमारे इंडियन कॉन्स्टिट्यूशन ने हमें जो सिखाया है, लिबरलिज्म, जो कॉन्स्टिट्यूशन के हिसाब से है, हम एक अलग अलग धर्म के जो अनुयायी हैं, हम लोग सब साथ में रहें, और यही हमारा भारत की जो संस्कृति है, वसुधैव कुटुंबकम, यही हमें सिखाता है। जी, आपके जरिए मैं जानना चाहता हूँ कि जो आपके मध्य प्रदेश का किसान है उसकी दुर्दशा तो काफ़ी मात्रा में तो आपकी बातों से नजर आई चुकी है, और कुछ उसके बारे में। जी, मध्य प्रदेश में क्या है जी, जो किसान है, किसान अपनी बात यदि बोलता है नेताओं से, किसान जो यदि अपनी बातें नेताओं से बोलता है तो नेता उससे दूसरी दूसरी चीजें बताते हैं कि हम तुम्हारे लिए, जैसे आपको मालूम होगा स्वामीनाथन आयोग किसानों को मिल जाना था। एक आपको एक कंपैरिजन करके दिखाता हूँ। जो हमारे आज से 20 साल अधिकारियों की जो सैलरी थी, गवर्नमेंट टीचरों की जो सैलरी थी, वो एक अलग सैलरी थी। आज से 20 साल पहले उनको 10,000 मिलता था, तो आज की डेट में उनको 60,000 70,000 गवर्नमेंट प्रोफेसर को मिलता है, अधिकारियों को मिलता है। अधिकारियों को तो 90,000 80,000 भी मिलता है। और जो फार्मर्स थे, फार्मर्स का जो आज से जो पुराने रेट था, जैसे आपका उड़दा ले लीजिए, मूंग ले लीजिए, वो 7,000 6,000 था। आज की डेट में वो ज्यादा से ज्यादा कितना 12,000 13,000 हुआ है, इससे ज्यादा नहीं हुआ। लेकिन जो अधिकारियों की सैलरी है वो लगभग 50 गुना बढ़ी है। 10,000 से वो अच्छी खासी 80-90,000 में हो गए वो। लेकिन किसानों का जो इनकम होना चाहिए एमएसपी में, वो उतना नहीं हुआ है। तो आप देख लीजिए, मध्य प्रदेश में आपको एमएसपी हर
चीजों में नहीं मिलेगी, केवल उसमें गेहूं और आपकी जो धान है उसमें भी एमएसपी मिल गई, उसमें भी 10 से 15% किसान, जो मैंने आपको बताया उच्च वर्ग का किसान है, उसको मिलती है। बाकी छोटे वर्ग के किसानों को वहां दबाया जाता है। और पंजाब और मध्य प्रदेश में एक डिफरेंस बता देता हूं कि पंजाब हरियाणा के लोग बहुत अच्छे दिल के साफ हैं, क्योंकि वो जो छोटे लोगों पर यदि अत्याचार हो रहा है तो वो खुद इस आंदोलन में उठकर आए हुए हैं कि हमारे छोटे जो मजदूर भाई हैं, किसान भाई, क्योंकि आपको मालूम है केंद्र सरकार ने मजदूरों के लिए 44 जो कानून है वो समाप्त कर दिए हैं। उनको 8 घंटे की जगह 12 घंटे ड्यूटी करना पड़ेगा, लेकिन उनको जो उनकी जो सैलरी है उसमें कोई बढ़ावा नहीं दिया गया है। तो जो कहा जा रहा है कि किसानों के साथ बस अत्याचार है, ये मजदूरों का हनन है, मजदूरों के साथ भी ये अत्याचार किया गया है। और जो संविधान जो हमारा जो लिखा गया था बाबा भीमराव अंबेडकर द्वारा, उसको भी ये तोड़ने की कोशिश कर रही है सरकार। ये चीजें यहाँ पर हो रही हैं। आप कित्थों आए जी, की नाम थोड़ा? हरियाणा जींद इगरा गांव से, जिला जींद गांव इगरा से आए हैं। यहाँ आने का मुख्य कारण? ये जो मोदी ने 3 काले कानून पास किए हैं, इन्होंने हम रद्द करने के लिए यहाँ आए हैं, अपने हक के लिए आए हैं। सर छोटा सा मेरा सवाल है सबसे कि जब हम 5 रुपए की पार्ले जी बिस्किट खरीदते हैं तो उसमें एक प्राइस टैग लगा होता है, 5 रुपए की इतने ग्राम इतना। ये बाबा रामदेव भी अपना आटा बेचता है तो उसमें 1 किलो आटे का प्राइस टैग लगा होता है कि 44 रुपए 50 रुपए किलो। तो क्या किसान की जो फसल है उसका दाम तय करने का अधिकार किसान को नहीं होना चाहिए क्या? जो केंद्र सरकार जो कह रही है एमएसपी पर कानून नहीं ला रही है कि एमएसपी नहीं मिलेगी, यदि ये कानून आ गया एमएसपी तो इस देश का किसान हमेशा खुश रहेगा कि उसको अपनी फसल का प्राइस पता चल जाएगा कि हमारी फसल इतने में तो जाएगी ही, उसके ऊपर जाए तो ठीक है वरना इतने में ही जाएगी। तो जब दुनिया की हर एक प्रोडक्ट, अंबानी अडानी के प्रोडक्ट अपनी कीमत तय कर सकते हैं तो इस देश का अन्नदाता, इस देश का भूमि स्वामी अपनी फसल का दाम तय क्यों नहीं कर सकता? ये मैं पूछना चाहता हूं सरकार से। यो रामदेव इतने कितने किले बोल रहा, रामदेव इतना आटा बेचा, दाल बेचा, चौल बेचा, घी बेचा, इतना कितना का बड़ा फार्म रख रहा है यो तो सब क्या है बबला रामदेव इतने कितने डंगर रख रहा है यो। हमारा दूध पता ही भी जीएसटी लगना हो रही है। एक गरीब आदमी जो दूध बेच के गुजारा कर ले उस पर तो भी जीएसटी लाना हो रही है। और यो रामदेव है सब कि में बेचन जुट रहा है, इतना कितना फार्म ले रहा है, कितने डंगर ले रहा है, कितना क्या ले रहा है यो। रामदेव का आटा देख ले सारा भारत में चल रहा है, दाल देख ले दाल भारत में चल रहा है, घी देख ले घी भारत में चल रहा है। और एक चीज कोई भी प्रोजेक्ट होया सारे रामदेव के, यो रामदेव हो गया वेले बस, और तो मरे लिया सबके में। हाँ जी, मैं हरदीप सिंह कड़ैल पंजाबी विरासत यूएसए तो ਹੁਣ ਗੱਲ ਕੀਤੀ ਹੈ ਆਪਾਂ ਨੇ ਹਰਿਆਣਾ ਐਮਪੀ ਪੰਜਾਬ ਦੇ ਨੌਜਵਾਨ ਕਿਸਾਨਾਂ ਨਾਲ, ਜਿਨ੍ਹਾਂ ਦਾ ਇੱਕੋ ਹੀ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਸਰਕਾਰ ਵਾਪਸ ਨਹੀਂ ਲਵੇਗੀ ਅਸੀਂ ਇੱਥੋਂ ਨਹੀਂ ਜਾਵਾਂਗੇ। ਬੇਸ਼ੱਕ ਮੀਂਹ ਆਵੇ, ਹਨੇਰੀ ਆਵੇ, ਝੱਖੜ ਆਵੇ, ਬਰਫ਼ ਗਿਰੇ, ਕੁਝ ਵੀ ਹੋਵੇ, ਅਸੀਂ ਇੱਥੋਂ ਜਾਣ ਵਾਲੇ ਨਹੀਂ।